ब्रेक तो बाद एक बार फिर तो तुहाडा स्वागत है प्राइम टाइम दे विच। अज असीं जिक्र कर रहे हैं उस बोर्ड दी जो खन्ना दे नेड़े लग्या होया डिजिटल बोर्ड है ते उस दे उत्ते पद्दी शब्दावली का इस्तेमाल किया गया है। इस सैगमेंट की शुरुआत करते हैं। मेहमान सारे साडे नाल जुड़े हुए हैं। मैं सैगमेंट की शुरुआत प्रोफैसर मनजीत तो ही करांगा। प्रोफैसर साहब तुहाडी आवाज़ पिछले सैगमेंट च क्लीयर नहीं आ रही सी। दो चीज़ां, एक तो तुसीं पिछली वाली गल जरूर कंप्लीट करना ते दूजा कि इस पूरे इंसीडेंट नूं सियासत तो दूर रख के देखा जा सकता है, क्योंकि एक सियासी पार्टी का समर्थन होया ते दूजी सियासी पार्टी के आगू का विरोध होया, ताकि वाकई सियासत नाल जोड़िया जाए कि ना। ਜਿਹੜੀਆਂ 2017 ਚ ਹੋਈਆਂ ਨਾਰੇ ਯਾਦ ਕਰੋ ਤਾਂ ਉਹਦੇ ਚ ਨਾਰੇ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਉਹਦੇ ਮੁਕਾਬਲੇ ਦੇ ਉੱਤੇ ਨਾਰਾ ਕਾਂਗਰਸ ਨੇ ਕੱਢਿਆ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਹੁਣ ਜਿਹੜਾ ਕੈਪਟਨ ਦਾ ਕਾਂਗਰਸ ਦਾ ਨਾਰਾ ਸੀਗਾ ਉਹ ਜਿਹੜੀ ਤੁਸੀਂ ਡੱਬੀ ਕਹਿ ਰਹੇ ਆ ਜਿਹਦੇ ਵਿੱਚ ਇਹ ਸਾਰਾ ਮੈਸੇਜ ਪਾਇਆ ਗਿਆ, ਐਡਵਰਟਾਈਜ਼ਮੈਂਟ ਪਾਈ ਗਈ, ਚਾਹੁੰਦਾ ਹੈ ਪੰਜਾਬ ਕੇਜਰੀਵਾਲ ਦੀ ਸਰਕਾਰ। और ਉਹਦੇ ਅੱਗੇ ਗਾਲ ਲਿਖ ਦਿੱਤੀ ਪੰਜਾਬ ਦੇ ਸੀਐਮ ਨੂੰ। ਇਹ ਦੇਖੋ ਕੀਤਾ ਤੇ ਕਿਸੇ ਬਦਮਗਜੀ ਵਾਲੇ ਬੰਦੇ ਨੇ ਆ। ਹੋ ਸਕਦਾ ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਹੋਵੇ ਤੇ ਹੋ ਸਕਦਾ ਦੋਖੀ ਵੀ ਹੋਵੇ, ਪਰ ਇਹ ਕਿਸੇ ਦੀ ਐਡੀ ਵੱਡੀ ਹਿੰਮਤ ਤੇ ਜੁਰਤ ਉਹ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਸੀਐਮ ਨੂੰ ਹੀ ਇੱਕ ਪਬਲਿਕਲੀ ਇੱਕ ਇਹੋ ਜਿਹੇ ਜਿਹੜੇ ਕੰਟਰੋਲਡ ਡਿਸਪਲੇ ਤੇ ਗਾਲੀ ਲਿਖ ਦੇਣਾ, ਇਹ ਆਪਣੇ ਆਪ 'ਚ ਆਪਾਂ ਸਾਰਿਆਂ ਨੂੰ ਚੌਂਕਾ ਦੇਣ ਵਾਲੀ ਗੱਲ ਆ। ਇਹ ਸਤਰਕ ਕਰਨ ਵਾਲੀ ਗੱਲ ਆ ਕਿ ਆਉਣ ਵਾਲੇ ਸਮੇਂ ਰਾਜਨੀਤੀ 'ਚ ਕਿਹੋ ਜਿਹੇ ਹੋਣਗੇ। ਦੂਸਰੀ ਮੇਰੀ ਇੱਕ ਵੈਸੇ ਪ੍ਰਿੰਸੀਪਲਡ ਗੱਲ ਹੈਗੀ ਆ ਕਿ ਇੱਥੇ ਦੋ ਰਾਜਿਆਂ ਦੀਆਂ ਫੌਜਾਂ ਦਾ ਮੁਕਾਬਲਾ, ਇੱਕ ਪਾਸੇ ਕੈਪਟਨ ਦਾ ਆ ਤੇ ਇੱਕ ਪਾਸੇ ਕੇਜਰੀਵਾਲ ਦਾ ਆ। ਜਦੋਂ ਅਸੀਂ ਗੌਰਵ ਜੀ ਛੋਟੇ ਹੁੰਦੇ ਸੀ, ਨੌਜਵਾਨ ਸਟੂਡੈਂਟ, ਤੇ ਨਕਸਲਾਈਟ ਨਾਰੇ ਲਿਖਦੇ ਸੀ ਕੰਧਾਂ ਦੇ ਉੱਤੇ ਕਿ ਚੀਨ ਦਾ ਚੇਅਰਮੈਨ ਸਾਡਾ ਚੇਅਰਮੈਨ। ਜਦੋਂ ਮਾਓ ਚੇਅਰਮੈਨ ਸੀਗਾ, ਚੀਨ ਦਾ ਜਿਹੜਾ ਮਾਓ ਚੇਅਰਮੈਨ ਹੈ ਪਾਰਟੀ ਦਾ, ਉਹ ਸਾਡਾ ਵੀ ਚੇਅਰਮੈਨ। ਤੇ ਸਾਨੂੰ ਉਦੋਂ ਇਹ ਬੜੀ ਹੈਰਾਨੀ ਹੁੰਦੀ ਸੀ ਪੜ੍ਹ ਕੇ ਕਿ ਇਹ ਕਿਵੇਂ ਹੋ ਸਕਦਾ। ਹੁਣ ਚਾਹੁੰਦਾ ਹੈ ਪੰਜਾਬ ਕੇਜਰੀਵਾਲ ਕੇਜਰੀਵਾਲ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਕਹੋ ਨਾ, ਕੇਜਰੀਵਾਲ ਤੇ ਬੈਠਾ ਉੱਥੇ ਸੀਐਮ ਬਣ ਕੇ। ਤੁਸੀਂ ਇੱਕ ਸੀਐਮ ਨੂੰ ਦੂਜੇ ਸੀਐਮ ਦੇ ਸਾਹਮਣੇ ਖੜਾ ਕਰ ਰਹੇ ਆ ਕਿ ਜਿਵੇਂ ਸੀਐਮ ਵਰਸਸ ਸੀਐਮ ਲੜਾਈ ਹੋਵੇ। ਇਹ ਪਾਰਟੀਆਂ ਦੀ ਲੜਾਈ ਆ, ਪਾਰਟੀਆਂ ਦੇ ਪ੍ਰੋਗਰਾਮ ਆ, ਮੁੱਦਿਆਂ ਦੀ ਲੜਾਈ ਹੋਣੀ ਚਾਹੀਦੀ। ਆਪਾਂ ਕਿੱਥੇ ਤੱਕ ਪਹੁੰਚ ਗਏ ਆ। ਇੱਥੋਂ ਅੱਗੇ ਇਹੀ ਹੈ ਕਿ ਗੁੱਥਾ ਇੱਕ ਦੂਜੇ ਦੇ ਗਲੋਂ ਫੜਨ ਤੱਕ ਗੱਲ। ਇਹ ਰਿੰਗ ਦੇ ਵਿੱਚ ਹੁਣ ਓਲੰਪਿਕਸ ਹੋ ਰਹੀਆਂ ਟੋਕੀਓ ਵਾਲੀਆਂ, ਤੇ ਉਹਦੇ ਵਾਂਗੂ ਇੱਕ ਪਾਸੇ ਕੇਜਰੀਵਾਲ ਨੂੰ ਵਿੱਚ ਵਾੜ ਦਿਓ, ਦੂਜੇ ਪਾਸੇ ਕੈਪਟਨ ਨੂੰ ਵਾੜ ਦਿਓ, ਜਿਹੜਾ ਜਿੱਤ ਜੂਗਾ ਸਰਕਾਰ ਬਣਾ ਲੂਗਾ। ਇੱਥੇ ਤੱਕ ਗੱਲ ਪਹੁੰਚੂਗੀ। ਇਹ ਕਿੱਧਰ ਨੂੰ ਲੈ ਕੇ ਚੱਲੇ ਅਸੀਂ ਰਾਜਨੀਤੀ? ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਇਹ ਜਿਹੜੇ ਇੰਡੀਵਿਜੂਅਲ ਸ਼ਖਸੀਅਤਾਂ ਨੂੰ, ਪਰਸਨੈਲਿਟੀ ਨੂੰ, ਚਿਹਰਿਆਂ ਨੂੰ ਅੱਗੇ ਲਾ ਕੇ ਅਸੀਂ ਰਾਜਨੀਤੀ ਕਰਦੇ ਹਾਂ, ਉਹਦਾ ਇੱਕ ਰਿਜ਼ਲਟ ਇਹ ਆ। ਔਰ ਦੂਸਰਾ, ਸਾਡੀ ਰਾਜਨੀਤੀ ਹੁਣ ਪਾਰਟੀਆਂ ਦੇ ਆਧਾਰਿਤ ਤੇ ਹੈ ਹੀ ਨਹੀਂ, ਪਾਰਟੀ ਦੇ ਕਾਡਰ ਤੇ ਪ੍ਰੋਗਰਾਮਾਂ ਦੇ ਆਧਾਰਿਤ ਹੈ ਹੀ ਨਹੀਂ। ਇਹ ਕੋਈ ਸ਼ੋਸ਼ੇਬਾਜ਼ੀ, ਕੋਈ ਸਾਜ਼ਿਸ਼, ਕੋਈ ਕਨਸਪੀਰੇਸੀ, ਉਹਦੇ ਮੁਤਾਬਕ ਅਸੀਂ ਅੱਗੇ ਚੱਲਦੇ ਹਾਂ। ਮੇਰਾ ਖਿਆਲ ਹੈ ਇਹ ਵੀ ਕਿਤੇ ਨਾ ਕਿਤੇ ਗੌਰਵ ਜੀ ਰੁਕਣਾ ਚਾਹੀਦਾ ਆ। ਨਹੀਂ ਤੇ ਜਿਸ ਕਿਸਮ ਦੀਆਂ ਕੰਪਨੀਆਂ ਹਾਇਰ ਕਰਕੇ ਇਹ ਸਾਰੇ ਕਰਦੇ ਆ, ਉਹ ਕੇਜਰੀਵਾਲ ਵੀ ਕਰਦੇ ਆ, ਔਰ ਇਹ ਕੈਪਟਨ ਸਾਹਿਬ ਨੇ ਵੀ ਕਈ ਵਾਰ ਇਸ ਗੱਲ ਕੀਤੀ ਹੋਈ ਹੈ ਕਿ ਜੇ ਆਪਾਂ ਲੋਕ ਸਭਾ ਦੇ ਇਲੈਕਸ਼ਨ ਦੇਖ ਲਈਏ, ਆਪਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇਖ ਲਈਏ, ਚਿਹਰਿਆਂ ਦੀ ਤਾਂ ਹੋ ਗਈ ਨਾ ਸਿਆਸਤ ਕਿ ਚਿਹਰਿਆਂ ਦੇ ਨਾਮ ਦੇ ਉੱਤੇ ਹੀ ਵੋਟਾਂ ਮੰਗੀਆਂ ਜਾਂਦੀਆਂ ਨੇ। ਉਹ ਹੁਣ ਅੱਜ ਕੱਲ ਤਾਂ ਮੈਨੂੰ ਲੱਗਦਾ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਜ਼ਿਕਰ ਹੋਣ ਲੱਗ ਜਾਂਦਾ ਹੈ ਚਿਹਰਿਆਂ ਦਾ, ਵੱਡੇ ਚਿਹਰਿਆਂ ਦਾ, ਜਿਹੜਾ ਸਟੇਟ ਲੈਵਲ ਦੇ ਉੱਤੇ ਚਿਹਰੇ ਹੋਣ। ਪਰ ਮੈਂ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਚਾਹੂੰਗਾ। ਗਰਗ ਸਾਹਿਬ ਦੇਖੋ, ਉਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਜ਼ਿਕਰ ਸੀ, ਇਸ ਕਰਕੇ ਤੁਹਾਨੂੰ ਜਵਾਬ ਤਾਂ ਦੇਣਾ ਹੋਏਗਾ। दूजी गल यह भी है कि कोई भी गल हुंदी है, आम आदमी पार्टी जनतक तौर पर कोई ना कोई बयान जारी कर दिंदी है, पर इस वाले बयान दे विच, इस वाले पूरे घटनाक्रम च खामोशी क्यों? गौरव जी, पहली गल तो यह हैगी है पंजाब के मुख मंत्री के प्रति जो इसकी शब्दावली वरती गई है, आम आदमी पार्टी जोरदार इसकी निखेधी करती है और आम आदमी पार्टी नाल इसका कोई लैना देना भी नहीं है। क्योंकि सारे तो असीं तो बल्कि खुद अपील करते कि प्रशासन FIR कटे, इन्वेस्टिगेशन करे और जो इस दे विच दोषी है, भावें वो कोई भी है, किड्डा भी वड्डा है, उसनूं कड़ी तो कड़ी सज़ा जिहड़ी वो देनी चाहिदी है। पर मैनूं प्रोफैसर साहब के शब्दों के उत्ते भी और बलियावाले के शब्दों के उत्ते इतराज़ है, पूरी तरह इतराज है कि वो तो इस तरीके नाल पेश कर रहे हैं भी जैश जिद्दां इहदे च आम आदमी पार्टी का ही कोई सपोर्टर जां वर्कर जिहड़ा हैगा वो इन्वॉल्व होवे, जबकि चाहिदा हैगा इन्वेस्टिगेशन होनी चाहिए, दोषी कोई भी होवे, ठीक है ना, उसनूं कड़ी तो कड़ी सज़ा दित्ती जानी चाहिए है। और तुसीं गल कीती कि पंजाब दे विच आम आदमी पार्टी हमेशा रिएक्ट करदी है, इस दे उत्ते रिएक्शन क्यों नहीं दिता? गौरव जी, तुसीं अपनी शुरुआती रिपोर्ट दे विच खुद दस्सिया कि 2 दिन यह बोर्ड चलदा रहा, प्रशासन दी ध्यान दे विच भी हुणे आया हैगा
ਠੀਕ ਹੈ ਨਾ। ਉਸ ਤੋਂ ਬਾਅਦ ਤੁਸੀਂ ਮੇਰਾ ਖਿਆਲ ਪਹਿਲਾ ਚੈਨਲ ਹੋ ਜਿਸ ਦੇ ਉੱਤੇ ਡਿਬੇਟ ਵੀ ਹੋ ਰਹੀ ਹੈ, ਜਿਸ ਨੇ ਇਹ ਗੱਲ ਖਬਰ ਵੀ ਚਲਾਈ ਹੈਗੀ ਹੈ। ਅੱਜ ਤੱਕ ਤੇ ਯਾਨੀ ਕਿ ਪਿਛਲੇ 2 ਦਿਨਾਂ ਦੇ ਵਿੱਚੋਂ ਨਾ ਮੈਂ ਕਿਸੇ ਅਖਬਾਰ ਦੇ ਵਿੱਚ ਇਹ ਖਬਰ ਪੜ੍ਹੀ ਹੈ ਤੇ ਨਾ ਹੀ ਕਿਸੇ ਮੈਂ ਚੈਨਲ ਦੇ ਉੱਤੇ ਸੁਣੀ ਹੈਗੀ ਹੈ। ਅਸੀਂ 10-12 ਘੰਟੇ ਤੋਂ ਚਲਾ ਰਹੇ ਹਾਂ ਆਲਰੇਡੀ ਖਬਰ ਨਾ, ਸਵੇਰ ਦੀ ਚੱਲ ਰਹੀ ਹੈ ਨਿਊਜ਼ 18 ਦੀ ਖਬਰ। ਹਾਂ, ਮੈਂ ਇਸੇ ਕਰਕੇ ਆ ਰਿਹਾ ਤੁਹਾਡੇ ਉਸੇ ਗੱਲ ਤੇ। ਪਾਰਟੀ ਦਾ ਇੱਕ ਨੁਮਾਇੰਦਾ, ਇੱਕ ਸਪੋਕਸਪਰਸਨ ਦੇ ਤੌਰ ਤੇ ਮੈਂ ਤੁਹਾਡੇ ਚੈਨਲ ਤੇ ਬੈਠਾ, ਮੈਂ ਕੋਈ ਇੰਡੀਵਿਜੂਅਲ ਕੈਪੈਸਿਟੀ 'ਚ ਨਹੀਂ ਬੈਠਾ। ਅਸੀਂ ਇਸ ਦੀ ਬਿਲਕੁਲ ਆਮ ਆਦਮੀ ਪਾਰਟੀ ਦੇ ਤੌਰ ਤੇ ਇਸ ਦੀ ਨਿਖੇਧੀ ਕਰਦੇ ਹਾਂ। ਫਿਰ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਕਿਉਂ? ਕਿਉਂਕਿ ਆਮ ਆਦਮੀ ਪਾਰਟੀ ਕਦੇ ਵੀ ਨੈਗੇਟਿਵ ਮਾਰ ਕੇ ਰਾਜਨੀਤੀ ਨਹੀਂ ਕਰਦੀ। ਸਾਡੇ ਕੋਲ ਤੇ ਮੁੱਦਿਆਂ ਦੀ ਭਰਮਾਰ ਹੈ। ਅੱਜ ਕਾਂਗਰਸ ਸਾਡਾ ਕਿੱਥੇ ਜਵਾਬ ਦੇ ਸਕਦੀ ਹੈ? ਨਾ ਉਹ ਬਿਜਲੀ ਤੇ ਗੱਲ ਕਰ ਸਕਦੀ ਹੈ, ਨਾ ਉਹ ਨਸ਼ਿਆਂ ਤੇ ਗੱਲ ਕਰ ਸਕਦੀ ਹੈ, ਨਾ ਮਾਫੀਆ ਤੇ ਗੱਲ ਕਰ ਸਕਦੀ ਹੈ, ਨਾ ਬੇਅਦਬੀ ਤੇ ਗੱਲ ਕਰ ਸਕਦੀ ਹੈ, ਨਾ ਉਹ ਮੁਲਾਜ਼ਮ ਵਰਗ ਦੇ ਉੱਤੇ ਗੱਲ ਕਰ ਸਕਦੀ ਹੈ, ਨਾ ਘਰ ਨੌਕਰੀ ਤੇ ਗੱਲ ਕਰ ਸਕਦੀ ਹੈ। ਸਾਨੂੰ ਇਹੋ ਜਿਹੀ ਦੇਖੋ, ਕਾਂਗਰਸ ਵਾਲੇ ਤਾਂ ਕਹਿੰਦੇ ਕਿ ਤੁਸੀਂ ਨੈਗੇਟਿਵ ਪੋਲਿਟਿਕਸ ਕਰਦੇ ਹੋ। ਬਲੀਵਾਲ ਸਾਹਿਬ ਨੇ ਜ਼ਿਕਰ ਕੀਤਾ ਸੀ ਪਹਿਲੇ ਸੈਗਮੈਂਟ। ਬਿਲਕੁਲ ਵੀ ਨਹੀਂ ਗੌਰਵ ਜੀ, ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ ਤੁਹਾਨੂੰ 4 ਜਾਨੀ ਕਿ ਇਲੈਕਸ਼ਨ ਤੁਸੀਂ ਦੇਖੇ ਹੈ। ਪੰਜਾਬ ਦੇ ਵਿੱਚ 2017 ਚ ਪਹਿਲੀ ਵਾਰੀ ਇਲੈਕਸ਼ਨ ਲੜਿਆ। ਉਸ 2017 ਦੀ ਇਲੈਕਸ਼ਨ ਤੋਂ ਬਾਅਦ ਵੀ ਪੰਜਾਬ 'ਚ ਪੰਚਾਇਤੀ ਚੋਣਾਂ ਵੀ ਹੋਈਆਂ, ਪੰਜਾਬ 'ਚ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਈਆਂ, ਪੰਜਾਬ ਦੇ ਵਿੱਚ ਉਪ ਚੋਣਾਂ ਵੀ ਹੋਈਆਂ, ਔਰ ਪੰਜਾਬ ਦੇ ਵਿੱਚ ਹੁਣ 2022 ਦੇ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ। ਪੰਜਾਬ ਦੇ ਵਿੱਚ 2019 ਚ ਵੀ ਚੋਣਾਂ ਹੋਈਆਂ। ਇੱਕ ਇਕੱਲੀ ਆਮ ਆਦਮੀ ਪਾਰਟੀ ਹੈ ਜਿਹੜੀ ਲਗਾਤਾਰ ਮੁੱਦੇ ਉਠਾਉਂਦੀ ਰਹੀ ਹੈ, ਲੋਕਾਂ ਨਾਲ ਜੁੜੇ ਮੁੱਦੇ ਉਠਾਉਂਦੀ ਰਹੀ ਹੈ। ਅਸੀਂ ਕਿਸੇ ਹੋਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕਲੀਨ ਚਿਟ ਮਿਲ ਜਾਏ। ਮੈਂ ਬਲੀਵਾਲ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ। ਬਲੀਵਾਲ ਸਾਹਿਬ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਨੂੰ ਨਾ ਜੋੜੋ ਤੁਸੀਂ ਇਸ ਦੇ ਨਾਲ, ਤੇ ਉਹ ਕਹਿ ਰਹੇ ਕਿ ਸਾਡੇ ਕੋਲ ਮੁੱਦੇ ਬਹੁਤ ਹੈ, ਜਿਹੜੇ ਮੁੱਦਿਆਂ ਨੂੰ ਅਸੀਂ ਲੈ ਕੇ ਪੰਜਾਬ ਦੇ ਲੋਕਾਂ ਜਾ ਸਕਦੇ ਹਾਂ, ਨੈਗੇਟਿਵ ਅਸੀਂ ਨਹੀਂ ਚੁੱਕਦੇ ਮੁੱਦੇ। ਦੇਖੋ, ਗੱਲ ਇਹ ਆ, ਮੈਂ ਇਹਨਾਂ ਨੂੰ ਛੇੜਿਆ ਹੀ ਨਹੀਂ। ਨੈਗੇਟਿਵਿਟੀ ਦੀ ਪੋਲਿਟਿਕਸ ਦੀ ਗੱਲ ਕੀਤੀ ਆ। ਉਹ ਨੈਗੇਟਿਵਿਟੀ ਪੋਲਿਟਿਕਸ ਪੁਰਾਣੇ ਦਿਨਾਂ 'ਚ ਦਿਖੀ ਹੈ। ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ, ਮੈਂ ਤਾਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗਾਲ ਹੈ, ਲੋਕਾਂ ਨੂੰ ਗਾਲ ਹੈ। ਤੇ ਲੋਕਾਂ ਨੂੰ ਵੀ ਇਹ ਸੋਚਣਾ ਪੈਣਾ ਕਿ ਆਪਾਂ ਕਿਸੇ ਦੀ ਚੱਕ ਚਕਾਈ 'ਚ ਆ ਕੇ ਇਹ ਜੇ ਕੰਮ ਨਾ ਕਰੀਏ, ਕਿਉਂਕਿ ਇਹ ਤਾਂ ਉਸ ਤੋਂ ਬਾਅਦ ਮੁਲਾਕਾਤ ਵੀ ਕਰਨ ਜਾਂਦੇ, ਤੇ ਜੇ ਇਹਨਾਂ ਦਾ ਬੰਦਾ ਕੋਈ ਹੋਇਆ ਵੀ ਤੇ ਫੜਿਆ ਗਿਆ ਤੇ ਇਹਨਾਂ ਨੇ ਤਾਂ ਮਿੰਟ ਲਾਉਣਾ ਡਿਸੋਨ ਕਰ ਦੇ ਕਿ ਸਾਡੀ ਪਾਰਟੀ ਨਾਲ ਉਹਦੇ ਸੰਬੰਧ ਨਹੀਂ। ਕਾਂਗਰਸ ਦਾ ਕਿਉਂ ਨਹੀਂ ਹੋ ਸਕਦਾ? ਉਹ ਕਾਂਗਰਸ ਦਾ ਕਿਉਂ ਨਹੀਂ ਹੋ ਸਕਦਾ? ਤੁਸੀਂ ਕਿਉਂ ਆਮ ਆਦਮੀ ਪਾਰਟੀ ਦਾ ਨਾਮ ਲੈ ਰਹੇ ਹੋ? ਤੁਸੀਂ ਇਨਵੈਸਟੀਗੇਸ਼ਨ ਕਰੋ, ਇਨਵੈਸਟੀਗੇਸ਼ਨ ਹੋਵੇ, ਫਿਰ ਜਿਹਦਾ ਮਰਜ਼ੀ ਬੰਦਾ ਹੋਵੇ ਸ਼ਰਮ ਠੋਕ ਦਿਓ ਉਸ ਨੂੰ, ਸਜ਼ਾ ਦਿਓ। ਮੈਂ ਆਮ ਆਦਮੀ ਤੁਸੀਂ ਕਿਉਂ ਨਾਮ ਲੈ ਰਹੇ ਹੋ ਆਮ ਆਦਮੀ ਪਾਰਟੀ ਦਾ? ਕਾਂਗਰਸ ਦਾ ਬੰਦਾ ਕਿਉਂ ਨਹੀਂ ਹੋ ਸਕਦਾ? ਬਿਲਕੁਲ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ ਮੈਂ ਇੱਕ ਵਾਰ ਵੀ। ਮੈਂ ਤੁਸੀਂ ਕਹਿ ਰਹੇ ਹੋ ਇਹਨਾਂ ਦਾ ਬੰਦਾ ਹੋਏਗਾ, ਮਿਲਣ ਨਹੀਂ ਜਾਂਦੇ, ਫਿਰ ਤੁਸੀਂ ਕਿਉਂ ਕਹਿ ਰਹੇ ਹੋ ਚੀਜ਼ ਦਾ? ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਦੇ ਨਾਲ। ਅਸੀਂ ਕਦੇ ਵੀ ਐਸੀ ਇਕੱਠੇ ਰਾਜਨੀਤੀ ਨਹੀਂ ਕਰਦੇ। ਤੁਹਾਡਾ ਐਮਐਲਏ ਸ਼ਰਿਆਮ ਇੱਥੇ ਆ ਕੇ ਕਹਿ ਰਿਹਾ ਵਾਈਟ ਤੇ ਜੀ ਸੁਣਿਆ, ਕਿਉਂ ਨਾ ਲੈ ਰਹੇ ਤੁਸੀਂ ਆਮ ਆਦਮੀ ਪਾਰਟੀ ਦਾ? ਆਮ ਆਦਮੀ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਇਸ ਦੇ ਨਾਲ। ਜਿਹੜਾ ਇਹ ਜੋ ਦੋਸ਼ੀ ਹੈ ਸਜ਼ਾ ਦਿਓ। ਆਮ ਆਦਮੀ ਪਾਰਟੀ ਨਿਖੇਧੀ ਕਰਦੀ ਹੈ ਇਸ ਚੀਜ਼ ਦੀ। ਮੁੱਖ ਮੰਤਰੀ ਦੇ ਐਕਸਪੀਰੀਅੰਸ ਦੀ ਵੱਡੀ ਚੂਜ਼ ਕਰੇ। ਇੱਕ ਕਰਕੇ ਸਰ, ਇੱਕ ਨੈਗੇਟਿਵ ਪੋਲਿਟਿਕਸ ਦੀ ਗੱਲ ਮੈਂ ਸੁਣਾਉਂਦਾ। ਕੇਜਰੀਵਾਲ ਸਾਹਿਬ ਉਹਦੇ 300 ਯੂਨਿਟ ਐਲਾਨ ਕਰ ਜਾਂਦੇ ਆ, ਬਾਅਦ ਚ ਕਹਿੰਦਾ 600 ਦਵਾਂਗੇ। ਉਹ ਕੀ ਹੈਗੀ ਹੈ ਕਿ ਲੋਕਾਂ ਦੇ ਵਿੱਚ ਨੈਗੇਟਿਵ ਪਾਲਿਸੀ ਦਾ ਤੇ ਪਬਲਿਸਿਟੀ ਦਾ ਪਬਲਿਕ ਸਟੰਟ ਲਈ ਤਾਂ ਤੁਸੀਂ ਹੈਕ ਲਈ ਹੋ, ਤੇ ਬਾਅਦ ਚ ਕਰਨਗੇ ਸਾਰਾ ਬਿੱਲ ਮਾਫ। ਲੋਕਾਂ ਨੂੰ ਕਲੀਅਰ ਕਰ ਰਹੇ ਹੋ ਤੁਸੀਂ ਦੱਸੋ ਕਿਹੜੀ ਐਡਵਰਟਾਈਜ਼ਮੈਂਟ ਕਰ ਰਹੇ ਹੋ? ਤੇ ਆ ਐਡਵਰਟਾਈਜ਼ਮੈਂਟ ਦੀ ਉਹੀ ਹਿਸਾਬ ਆ ਕਿ ਅੱਜ ਤੁਹਾਨੂੰ ਜਗ੍ਹਾ ਨਹੀਂ ਲੱਭਦੀ ਕੋਈ ਉੱਥੇ ਕੇਜਰੀਵਾਲ ਮੀਟਿੰਗਾਂ ਕਰਦਾ ਤੇ ਆਪ ਦੇ ਵਿਧਾਇਕਾਂ ਨਾਲ ਪਿੱਛੇ ਹੋਈ ਜੇ ਸਟਾਰਟ ਜਾਂਦੇ ਗੱਲਾਂ ਕਰ ਰਹੇ ਹੋ ਤੁਸੀਂ। ਸਾਡੇ ਕੋਲ ਮੁੱਦੇ ਆ। ਇੱਕ ਕਰਕੇ ਡਾਕਟਰ ਸਾਹਿਬ, ਬਲੀਵਾਲ ਸਾਹਿਬ, ਇੱਕ ਕਰਕੇ ਬੋਲੋ, ਆਪਣੀ ਗੱਲ ਰੱਖ ਲਓ। ਮੈਂ ਨਾਲ ਦੀ ਨਾਲ ਰਿਐਕਸ਼ਨ ਲੈਣਾਗਾ, ਜ਼ਿਆਦਾ ਟਾਈਮ ਆਪਾਂ ਨਾ ਖਰਾਬ ਕਰੀ। ਬਲੀਵਾਲ ਸਾਹਿਬ ਕਰ ਲਓ ਕੰਪਲੀਟ ਤੁਸੀਂ। ਗੌਰਵ ਜੀ, ਇੱਕ ਰਿਕਵੈਸਟ ਕਰਨੀ ਚਾਹਣਾ, ਇਹਨਾਂ ਨੂੰ ਆਖੋ ਵੀ ਜਾਂ ਤਾਂ ਕੱਲੇ ਮੁੱਦੇ ਤੇ ਗੱਲ ਕਰ ਲਓ, ਐਵੇਂ ਅਨਨੈਸੈਸਰਲੀ ਇੱਥੇ ਬੈਠ ਕੇ ਤੁਸੀਂ। ਤੁਹਾਡੇ ਕੋਲ ਕਿਹੜੀ ਇਨਵੈਸਟੀਗੇਸ਼ਨ, ਤੁਹਾਡੇ ਕੋਲ ਕੀ ਕਲੂ ਹੈਗਾ, ਕਿੰਨੇ ਕੀਤਾ? ਹਾਂ, ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜਿਹੜਾ ਦੋਸ਼ੀ ਹੈਗਾ ਉਹਨੂੰ ਬਿਲਕੁਲ ਸਜ਼ਾ ਮਿਲਣੀ ਚਾਹੀਦੀ ਹੈ। ਗਰਗ ਸਾਹਿਬ ਕੰਪਲੀਟ ਕਰ ਲੈਣਾ ਤਾਂ ਤੁਸੀਂ ਆਪਣੀ ਗੱਲ ਰੱਖਿਓ ਨਾ, ਉਸ ਤੋਂ ਬਾਅਦ ਕੋਈ ਦਿੱਕਤ ਨਹੀਂ। ਬਲੀਵਾਲ ਸਾਹਿਬ ਕੰਪਲੀਟ ਕਰ ਲਓ ਤੁਸੀਂ। ਮੈਂ ਇੱਕ ਬੇਨਤੀ ਕਰਦਾ ਗਰਗ ਸਾਹਿਬ, ਕੇਜਰੀਵਾਲ ਦਾ ਨਾਮ ਆਇਆ, ਇਸੇ ਕਰਕੇ ਨਿਊਜ਼ 18 ਨੇ ਤੁਹਾਨੂੰ ਬੁਲਾਇਆ ਕਿ ਹਾਂ ਵੀ ਉਹਦੇ ਚ ਕੇਜਰੀਵਾਲ ਦਾ ਨਾਮ ਜ਼ਿਕਰ ਹੋਇਆ, ਤੇ ਅਸੀਂ ਵੀ ਇਹੀ ਗੱਲ ਕਰਦੇ ਹਾਂ। ਜੇ ਕਿਸੇ ਦਾ ਅਗਰ ਪਹਿਲੀ ਇਨਵੈਸਟੀਗੇਸ਼ਨ ਹੁੰਦੀ ਹੈਗੀ ਆ, ਪੁਲਿਸ ਦੀ ਵੀ ਇਹੀ ਥਿਊਰੀ ਹੈ ਤੇ ਲੋਕਾਂ ਦੀ ਵੀ ਇਹੀ ਥਿਊਰੀ ਹੁੰਦੀ ਹੈ ਕਿ ਉਹਨਾਂ ਨੇ ਨਾ ਕਰਾਇਆ ਹੋਵੇ। ਮੈਂ ਤਾਂ ਇੱਕ ਬੇਨਤੀ ਕੀਤੀ ਹੈ ਕਿ ਲੋਕੀ ਚੱਕ ਚਕਾਈ ਚ ਆ ਗਏ, ਚਾਹੇ ਉਹ ਆਮ ਆਦਮੀ ਪਾਰਟੀ ਵਾਲਾ, ਚਾਹੇ ਉਹ ਅਕਾਲੀ ਦਲ ਹੈ ਜਾਂ XYZ ਜਿਹੜਾ ਵੀ ਵਰਕਰ ਹੋਵੇ, ਇਹ ਕੰਮ ਨਹੀਂ ਕਰਨੇ ਚਾਹੀਦੇ, ਕਿਉਂਕਿ ਬਾਅਦ ਚ ਡਿਸਆਨ ਕਰਨੇ ਆ। ਤੁਸੀਂ ਉਹ ਹੁਣੇ ਡਿਸਆਨ ਕਰਤਾ, ਮੈਂ ਕਿਹਾ ਮੈਂ ਵੀ ਛੋਟਾ ਬੰਦਾ ਹੋ ਸਕਦਾ, ਤੁਸੀਂ ਤਾਂ ਡਿਸਆਨ ਕਰਤਾ ਨਾ, ਸਾਡੇ ਨਾਲ ਰਿਲੇਟਡ ਨਹੀਂ ਹੈਗਾ, ਸਾਡੇ ਬੰਦੇ ਨੇ ਕੋਈ ਪੌੜੀ ਵੀ ਲੈ ਕੇ ਆਇਆ, ਪੈਨ ਡਰਾਈਵ ਵੀ ਭਾਈ। ਮੈਂ ਇੱਕ ਗੱਲ ਆਖੀ ਹੈ, ਇਨਵੈਸਟੀਗੇਸ਼ਨ ਦਾ ਪਾਰਟ ਹੈ, ਕੀ ਪਤਾ ਆਪਰੇਟ ਉੱਥੋਂ ਹੁੰਦਾ ਹੋਵੇ, ਤੇ ਇਹਦੇ ਚ ਪਾਰਟੀ ਉਹ ਵੀ ਬਣੂਗੀ ਨਾ NHAI, ਉਹਨੂੰ ਕਿਹੜਾ ਅਸੀਂ ਬਖਸ਼ ਦਾਂਗੇ? ਇਹ ਇੱਡੀ ਵੱਡੀ ਗੱਲ ਹੋ ਗਈ। ਨੌਰਵ ਜੀ, ਮੈਂ ਇੱਕ ਬੇਨਤੀ ਕਰ ਰਹਾ,
ਜਿਹੜਾ ਚਲੰਤ ਚੱਲਿਆ ਹੋਇਆ ਨਾ ਇਸ ਵੇਲੇ ਨੈਗੇਟਿਵ ਪੋਲਿਟਿਕਸ ਦਾ, ਉਹ ਮੈਂ ਇਸ ਕਰਕੇ ਗੱਲ ਆਖੀ ਹੈ ਕਿ ਇਹ ਆਪ ਦੇ ਨਾਲ ਤਾਲੁਕਾਤ ਰੱਖਦੀ ਹੈ, ਚਾਹੇ ਉਹ ਦਿੱਲੀ ਸੀ ਚਾਹੇ ਬਾਕੀ ਜਗ੍ਹਾ ਸੀਗੀਆਂ। ਇਹ ਅਕਾਲੀ ਦਲ ਨੇ ਵੀ ਹੁਣ ਮੀਡੀਆ ਕੰਪਨੀ ਹਾਇਰ ਕਰਕੇ, ਕੀ ਪਤਾ ਉਹਨਾਂ ਨੇ ਕਿਹਾ ਹੋਵੇ ਦੋਵੇਂ ਲੜ ਪੈਂਦੇ ਸੀ ਤਮਾਸ਼ਾ ਦੇਖੀਏ। ਗੱਲ ਇੱਥੇ ਇਹ ਨਹੀਂ ਹੋ ਰਹੀ, ਜਿਹੜਾ ਉਹ 'ਚ ਸ਼ਬਦ ਵਰਤਿਆ ਗਿਆ ਉਹ ਪੂਰੇ ਪੰਜਾਬੀਆਂ ਲਈ ਵਰਤਿਆ ਗਿਆ, ਉਹ ਮੇਰੇ ਲਈ ਨਹੀਂ ਹੈਗਾ, ਉਹ ਸੀਐਮ ਸਾਹਿਬ ਲਈ ਨਹੀਂ, ਉਹ ਸਾਰਿਆਂ ਲਈ ਹੈ, ਕਿਉਂਕਿ ਸੀਐਮ ਸਾਰਿਆਂ ਦਾ ਇੱਕ ਹੁੰਦਾ ਤੇ ਇਸ ਉੱਪਰ ਐਕਸ਼ਨ ਹੋਊਗਾ, ਐਕਸ਼ਨ ਕਰਾਂਗੇ ਵੀ। ਤੇ ਮੈਂ ਬਾਰ-ਬਾਰ ਕਹਿ ਰਿਹਾ, ਜੇ 24 ਘੰਟਿਆਂ ਦੇ ਵਿੱਚ ਨਹੀਂ ਐਕਸ਼ਨ ਹੁੰਦਾ ਨਾ, ਮੁੱਖ ਮੰਤਰੀ ਆਫਿਸ ਨੇ ਇਹਦਾ ਬਹੁਤ ਗੰਭੀਰ ਨੋਟਿਸ ਲੈਣਾ ਤੇ ਮੈਂ ਉੱਥੇ ਗੱਲ ਹੋ ਚੁੱਕੀ ਹੈ ਤੇ ਮੈਂ ਮਾਨਯੋਗ ਵਿਧਾਇਕ ਨੂੰ ਆਪਦੇ ਨੂੰ ਕਹਿ ਚੁੱਕਿਆ ਇਹ ਗੱਲ, ਜਿਹੜੇ ਉੱਥੇ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਆ ਕਿ ਉਹਨਾਂ ਨੂੰ ਸਖਤ ਹੋਣਾ ਪੈਣਾ, ਬਾਹਰ ਅੰਦਰ ਨਾ ਕਿਹੜੇ ਮਨ ਆਪਦੇ ਹਲਕੇ 'ਚ ਬੈਠ ਕੇ ਇਹ ਜੇ ਲੋਕ ਨੂੰ ਟ੍ਰੇਸ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਸਾਨੂੰ ਕਰਨਾ ਪਊਗਾ, ਤਾਂ ਜੋ ਇੱਕ ਮਿਸਾਲੀ ਸਜ਼ਾ ਹੋਊਗੀ, ਜਿਹੜਾ ਅੱਗੇ ਜਾ ਕੇ ਪੰਜਾਬ ਦੀ ਇਲੈਕਸ਼ਨ ਤੇ ਇਹ ਜਿਹਾ ਕੋਈ ਅਸਰ ਨਾ ਦਿਖੇ। ਭਾਈਚਾਰੇ, ਪੰਜਾਬੀ ਭਾਈਚਾਰੇ ਲਈ ਜਾਣਿਆ ਜਾਂਦਾ, ਉਹ ਭਾਈਚਾਰੇ ਦੇ ਵਿੱਚ ਖੱਲਲ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਬਰਦਾਸ਼ਤ ਨਹੀਂ ਕੀਤਾ ਜਾਂਦਾ। ਗਰਗ ਸਾਹਿਬ ਦਾ ਮੈਂ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਮੈਂ ਸੁਰੇਸ਼ ਸ਼ਰਮਾ ਜੀ ਦਾ ਰੁਖ ਕਰੂੰਗਾ। ਗਰਗ ਸਾਹਿਬ, ਹੁਣ ਤੁਸੀਂ ਆਪਣੀ ਗੱਲ ਰੱਖ ਲਓ ਕਿ ਤੁਹਾਨੂੰ ਇਤਰਾਜ਼ ਕਿਸ ਦੇ ਉੱਤੇ? ਉਹ ਤਾਂ ਕਹਿ ਰਹੇ ਕਿ ਠੀਕ ਹੈ ਅਸੀਂ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲੈ ਰਹੇ। ਮੈਨੂੰ ਗੌਰਵ ਜੀ ਇਹੀ ਹੈ, ਮੈਂ ਇਹੀ ਕਹਿ ਰਿਹਾ, ਇਨਵੈਸਟੀਗੇਸ਼ਨ ਦਾ ਪਾਰਟ ਹੈਗਾ। ਸਭ ਤੋਂ ਪਹਿਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈਗੀ ਹੈ, ਇਸ ਦੇ ਉੱਤੇ ਬਿਲਕੁਲ ਇਨਵੈਸਟੀਗੇਸ਼ਨ ਹੋਵੇ, FIR ਹੋਵੇ, ਜਿਹੜਾ ਵੀ ਦੋਸ਼ੀ ਹੈਗਾ ਭਾਵੇਂ ਕੋਈ ਵੀ ਹੈਗਾ ਉਸ ਨੂੰ ਸਜ਼ਾ ਬਣਦੀ ਜਿਵੇਂ ਮਿਲਣੀ ਚਾਹੀਦੀ ਹੈ, ਕੜੀ ਸਜ਼ਾ ਮਿਲਣੀ ਚਾਹੀਦੀ, ਕਿਉਂਕਿ ਇਹ ਸਾਰੇ ਪੰਜਾਬੀਆਂ ਦਾ ਅਪਮਾਨ ਹੈ। ਮੁੱਖ ਮੰਤਰੀ ਸਾਰਿਆਂ ਦਾ ਸਾਂਝਾ ਹੁੰਦਾ ਹੈ, ਉਹਦੇ ਵਿਰੁੱਧ ਇਹ ਵਰਤੀ ਹੋਈ ਸ਼ਬਦਾਵਲੀ, ਭੱਦੀ ਸ਼ਬਦਾਵਲੀ ਦੀ ਆਮ ਆਦਮੀ ਪਾਰਟੀ ਨਖੇਦੀ ਕਰਦੀ। ਠੀਕ ਹੈ ਸੁਰੇਸ਼ ਸ਼ਰਮਾ ਜੀ, ਤੁਹਾਡਾ ਇੱਕ ਰਿਐਕਸ਼ਨ ਚਾਹੂੰਗਾ ਕਿ ਅਜਿਹੇ ਮਾਮਲਿਆਂ ਦੇ ਵਿੱਚ, ਕਿਉਂਕਿ ਬੇਸ਼ੱਕ ਇਹ NHAI ਦਾ ਮਾਮਲਾ ਹੋਵੇ, ਪਰ ਜੇ ਟ੍ਰੈਫਿਕ ਪੁਲਿਸ ਦੇ ਅੰਡਰ ਵੀ ਹੋਵੇ ਤਾਂ ਕਿਹੋ ਜੀ ਕਾਰਵਾਈ ਹੋ ਸਕਦੀ ਹੈ? ਕਿਉਂਕਿ ਇੱਕ ਗਾਲ ਕੱਢਣ ਦੇ ਉੱਤੇ ਕੋਈ ਬਹੁਤ ਵੱਡੀ ਕੋਈ ਸਜ਼ਾ ਤਾਂ ਨਹੀਂ ਮਿਲ ਜਾਣੀ, ਪਰ ਜਿਸ ਤਰੀਕੇ ਨਾਲ ਇਹ ਜਨਤਕ ਤੌਰ ਦੇ ਉੱਤੇ ਕਿਸੇ ਨੂੰ ਕਿਹਾ ਗਿਆ ਜਾਂ CM ਦਾ ਜ਼ਿਕਰ ਕਰਿਆ ਗਿਆ ਤਾਂ ਮਾਮਲਾ ਤਾਂ ਗੰਭੀਰ ਬਣ ਜਾਂਦਾ। ਕੋਈ ਦੋ ਰਾਏ ਨਹੀਂ ਹੈ, ਪਰ ਮੈਨੂੰ ਬੜੀ ਸ਼ਰਮ ਆ ਰਹੀ ਹੈ ਕਿ ਸਾਡੇ ਪੈਨਲ ਤੇ ਬੈਠੇ ਜਿੰਨੇ ਵੀ ਬੰਦੇ ਹੈਗੇ ਆਪਸ ਬਜਾਏ ਮੁੱਦੇ ਦੀ ਗੱਲ ਕਰਨ ਦੇ ਉਹ ਇਹਨੂੰ ਡਿਬੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਡੀ ਗੁਰੂਆਂ ਦੀ ਸ਼ਹੀਦਾਂ ਦੀ ਧਰਤੀ ਹੈਗੀ ਹੈ। ਇਸ ਧਰਤੀ ਦੀ ਭੈਣਾਂ ਸਾਰਾ ਦੀ ਕਾਮਨ ਮੰਨੀ ਜਾਂਦੀ ਹੈ। ਇਸ ਕਿਸਮ ਦੀ ਗੱਲ ਦਾ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਇੰਡੀਪੈਂਡੈਂਟ ਏਜੰਸੀ ਤੋਂ ਇਨਵੈਸਟੀਗੇਸ਼ਨ ਚਾਹੀਦੀ ਹੈ ਔਰ NHAI ਤੋਂ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਕਿ ਇਸ ਕਿਸਮ ਦੇ ਬੋਰਡ ਜਿਹੜੇ ਵੀ ਹੋਰ ਲੱਗੇ ਹੋਏ ਹਨ ਉਹ ਕਿਸੇ ਕਿਸਮ ਦੀ ਵੀ ਬਹਾਨੇਬਾਜ਼ੀ ਨਾ ਕਰਨ। ਠੀਕ ਹੈ, ਥੋੜੀ ਦਿੱਕਤ ਆ ਰਹੀ ਹੈ ਸੁਰੇਸ਼ ਜੀ ਤੁਹਾਡੀ ਆਵਾਜ਼ ਦੇ ਵਿੱਚ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਤੁਸੀਂ ਜੋ ਜ਼ਿਕਰ ਕਰ ਰਹੇ ਹੋ ਤੁਹਾਡਾ ਪੁਆਇੰਟ ਵੀ ਸਾਡੇ ਕੋਲ ਪਹੁੰਚਿਆ, ਤੁਸੀਂ ਕਹਿ ਰਹੇ ਹੋ ਕਿ ਲਾਜ਼ਮੀ ਤੌਰ ਤੇ ਬਹੁਤ ਗੰਭੀਰ ਮਸਲਾ ਹੈ। ਪ੍ਰੋਫੈਸਰ ਸਾਹਿਬ, ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਜਾਣਨੀ ਚਾਹੁੰਦਾ, ਇਸ ਨੂੰ ਨੈਗੇਟਿਵ ਪੋਲਿਟਿਕਸ ਸਮਝਿਆ ਜਾਵੇ ਕਿ ਨਾ, ਜਾਂ ਇੱਕ ਕਿਸੇ ਸ਼ਖਸ ਦੀ, ਸਿਰਫ ਇਸ ਸ਼ਖਸ ਦੀ ਮੈਂ ਸਿੱਧੇ ਸ਼ਬਦਾਂ 'ਚ ਕਹਾਂ ਕਿ ਇਹ ਸ਼ਰਾਰਤ ਸਮਝੀ ਜਾਵੇ? ਨਹੀਂ, ਜਿਸ ਤਰ੍ਹਾਂ ਅਸੀਂ ਸਾਰੇ ਜਾਤੀਗਤ ਪੋਲਿਟਿਕਸ ਨੂੰ ਭੰਡਦੇ ਆ ਔਰ ਕਿਸੇ ਵੀ ਤਰੀਕੇ ਨਾਲ ਧਰਮ ਦਾ ਇਸਤੇਮਾਲ ਕਰਨਾ ਪੋਲਿਟਿਕਸ ਦੇ ਵਿੱਚ ਭੰਡਦੇ ਆ, ਇਹ ਤੇ ਉਹਦੇ ਨਾਲੋਂ ਵੀ ਜ਼ਿਆਦਾ ਭਿਆਨਕ ਕੰਮ ਆ ਗਿਆ। ਸਿੱਧਾ ਗਾਲੀ ਗਲੋਚ ਦੇ ਉੱਤਰ ਆਏ ਆ, ਸਿੱਧਾ ਆਪਾਂ ਇੱਕ ਪਰਸਨੈਲਿਟੀ ਕਲੈਸ਼ ਨੂੰ, ਇਹਨੂੰ ਸਾਰਾ ਮੁੱਦਿਆਂ ਨੂੰ ਛੱਡ ਕੇ ਪਰਸਨੈਲਿਟੀ ਕਲੈਸ਼ ਦਾ ਮੁੱਦਾ ਬਣਾ ਲਿਆ ਏਡੀ ਵੱਡੀ ਚੋਣ ਨੂੰ। ਇਸ ਕਰਕੇ ਇਹਨੂੰ ਬਹੁਤ ਹੀ ਧਿਆਨ ਨਾਲ ਸੋਚਣ ਦੀ ਲੋੜ ਹੈ। ਪਹਿਲੀ ਗੱਲ, ਤੁਸੀਂ ਥੋੜਾ ਜਿਹਾ ਇਹਦਾ ਐਨਾਲਿਸਿਸ ਕਰੋ। ਜੋ ਉਹਨੇ ਸਪੈਲਿੰਗ ਜਿਸ ਕਿਸਮ ਦੇ ਵਰਤੇ ਆ, ਮੈਨੂੰ ਨਹੀਂ ਲੱਗਦਾ ਉਹ ਕੋਈ ਪੰਜਾਬੀ ਹੈਗਾ ਜਾਂ ਬਹੁਤ ਅੱਧ ਸਿਆਣਾ ਬੰਦਾ ਲੱਗਦਾ ਆ, ਔਰ ਉਹ ਨੌਨ ਪੰਜਾਬੀ ਲੱਗਦਾ, ਕਿਉਂਕਿ ਉਹਦੇ ਸਪੈਲਿੰਗ ਉਸ ਤੇ ਜਿਹੜੇ ਆ, ਮੈਂ ਉਹਦਾ ਥੋੜਾ ਜਿਹਾ ਦੇਖ ਰਿਹਾ ਸੀਗਾ, ਉਹ ਕੋਈ ਬਹੁਤ ਠੀਕ ਠਾਕ ਨਹੀਂ ਹੈ। ਦੂਸਰੀ ਮੇਰੀ ਬੇਨਤੀ ਤੇ ਇਹੋ ਹੋਊਗੀ ਕਿ ਜੇ ਅਸੀਂ ਜਿਸ ਤਰ੍ਹਾਂ ਪਿਛਲੀਆਂ ਚੋਣਾਂ 'ਚ, ਇਸ ਵਾਲੀਆਂ ਚੋਣਾਂ 'ਚ ਨਹੀਂ, ਪਿਛਲੀਆਂ ਚੋਣਾਂ 'ਚ ਜਦੋਂ ਕੈਪਟਨ ਸਾਹਿਬ ਆਏ ਸੀ ਤਾਂ ਖੁੰਡਾ ਲੈ ਕੇ ਸਟੇਜ ਤੇ ਚੜ੍ਹਦੇ ਸੀ, ਅਸੀਂ ਉਦੋਂ ਵੀ ਭਰਸਨਾ ਕਰਦੇ ਸੀਗੇ। ਫਿਰ ਪਿਛਲੀਆਂ ਚੋਣਾਂ ਜਿਹੜੀਆਂ 2017 'ਚ ਹੋਈਆਂ, ਕੇਜਰੀਵਾਲ ਜੀ ਅਸੀਂ ਮਜੀਠੀਆ ਨੂੰ ਚੱਕ ਕੇ ਅੰਦਰ ਦੇ ਦਿਆਂਗੇ, ਫਲਾਣੇ ਨੂੰ ਐਂ ਕਰ ਦਿਆਂਗੇ, ਇਹ ਸਾਰੀ ਇੱਕ ਦਾਦਾਗਿਰੀ ਦੀ ਪੋਲਿਟਿਕਸ ਆ। ਜਿਵੇਂ ਇੱਕ ਟਾਈਟਨ ਦੂਜੇ ਦੇ ਵਿਰੁੱਧ ਲੜ ਰਿਹਾ, ਬਾਕੀ ਸਾਰੇ ਤਮਾਸ਼ਾ ਵੇਖ ਰਹੇ, ਬਾਹਰ ਤਾੜੀਆਂ ਮਾਰੇ। ਇਹ ਕੰਮ ਨਹੀਂ ਹੋਣਾ ਚਾਹੀਦਾ। ਇਹ ਡੈਮੋਕ੍ਰੈਟਿਕ ਪੋਲਿਟਿਕਸ ਨੂੰ, ਸਾਡੀ ਜਿਹੜੀ ਲੋਕ ਰਾਜ ਦੀ ਨੀਤੀ ਹੈ, ਉਸ ਨੂੰ ਢਾਹ ਲਾਉਣ ਵਾਲੀ ਇੱਕ ਸੋਚ ਹੈਗੀ ਹੈ। ਇਹ ਮੁੱਦਿਆਂ ਦੀ ਤੇ ਵਿਚਾਰਧਾਰਾ ਦੀ ਤੇ ਲੋਕਾਂ ਲਈ ਕੀ ਕੀਤਾ ਜਾ ਸਕਦਾ, ਉਹਦੀ ਰਾਜਨੀਤੀ ਹੋਣੀ ਚਾਹੀਦੀ ਹੈ, ਨਾ ਕਿ ਚਿਹਰਿਆਂ ਦੀ ਰਾਜਨੀਤੀ। ਮੈਂ ਦੁਬਾਰਾ ਇਸ ਗੱਲ ਨੂੰ ਕਹਿਣਾ ਚਾਹੁੰਦਾ। ਬਿਲਕੁਲ, ਚਿਹਰਿਆਂ ਦੇ ਉੱਤੇ ਹੀ ਗੱਲ ਆ ਰਹੀ ਹੈ। ਸੁਰੇਸ਼ ਜੀ, ਤੁਹਾਡੀ ਆਵਾਜ਼ ਹੁਣ ਤੱਕ ਸਾਡੇ ਤੱਕ ਸਾਫ਼ ਆਏਗੀ, ਉਮੀਦ ਹੈ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਸੁਰੇਸ਼ ਸ਼ਰਮਾ ਜੀ, ਕੰਪਲੀਟ ਕਰ ਲਓ ਸਰ ਤੁਸੀਂ ਜੀ। ਹਾਂ, ਮੇਰਾ ਇੰਨਾ ਕਹਿਣਾ ਸੀ, ਇਸ ਮੁੱਦੇ ਨੂੰ ਅਸੀਂ ਪੋਲੀਟੀਕਲ ਮੁੱਦਾ ਨਾ ਬਣਾਈਏ। ਇਸ ਮੁੱਦੇ ਨੂੰ ਅਸੀਂ ਦੇਖੀਏ ਕਿ ਜਿਹੜੀ ਇਹ ਗੁਰੂਆਂ ਦੀ ਸ਼ਹੀਦਾਂ ਦੀ ਧਰਤੀ ਤੇ ਇਸ ਕਿਸਮ ਦੇ ਸ਼ਬਦਾਂ ਦਾ ਇਸਤੇਮਾਲ ਹੋਇਆ ਹੈ, ਇਹਦੀ ਬਹੁਤ ਹੀ ਜ਼ਿਆਦਾ ਸਖਤ ਸ਼ਬਦਾਂ 'ਚ ਨਿੰਦਾ ਔਰ ਐਕਸ਼ਨ ਹੋਣਾ ਚਾਹੀਦਾ ਹੈ। ਔਰ NHAI ਹੀ ਰਿਸਪੌਂਸਿਬਲ ਇਹਦੇ 'ਚ ਅਥਾਰਟੀ ਹੈਗੀ ਹੈ। ਉਹਨਾਂ ਨੂੰ ਐਸ਼ੋਰੈਂਸ ਲੈਣੀ ਪਏਗੀ
ਕਿ ਇਨ ਫਿਊਚਰ ਇਸ ਕਿਸਮ ਦੀ ਕਿਸੇ ਹੋਰ ਬੋਰਡ ਤੇ ਕੋਈ ਸ਼ਰਾਰਤ ਨਾ ਹੋਏ। ਇਹ ਤਾਂ ਇੱਕ ਚਾਲ ਚੱਲ ਗਈ ਹੈ, ਤਾਂ ਇਸ ਬੋਰਡ ਤੇ ਕੱਲ ਨੂੰ ਦੂਜੇ ਬੋਰਡ ਤੇ ਹੋਏਗੀ, ਬਿਲਕੁਲ ਬਡ ਸਲੱਗਿੰਗ ਚੱਲਦੀ ਰਹੇਗੀ। ਟ੍ਰੈਫਿਕ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਬਿਲਕੁਲ ਜੀ, ਬਿਲਕੁਲ ਤੁਸੀਂ ਜਿਹੜਾ ਪੁਆਇੰਟ ਕਿਹਾ ਕਿ ਇਹ ਕਿਤੇ ਨਵਾਂ ਕੋਈ ਟ੍ਰੈਂਡ ਨਾ ਤੁਰ ਪਏ ਕਿ ਠੀਕ ਆ ਆਹ ਕੰਮ ਵਧੀਆ, ਜਾ ਕੇ ਬੋਰਡ ਤੇ ਲਿਖ ਦਿਓ, ਜੋ ਤੁਹਾਡਾ ਦਿਲ ਕਰਦਾ ਉਹ ਲਿਖ ਦਿਓ। ਮੈਂ ਇੱਕ ਛੋਟਾ ਰਿਐਕਸ਼ਨ ਚਾਹੂੰਗਾ ਤੁਹਾਡੇ ਤੋਂ, ਗਰਗ ਸਾਹਿਬ ਤੇ ਬਲੀਵਾਲ ਸਾਹਿਬ। ਮੇਰੇ ਕੋਲ 20 ਸੈਕਿੰਡਸ ਨੇ। ਅੱਗੇ ਇਹ ਚੀਜ਼ ਨਾ ਹੋਵੇ, ਹੁਣ ਕੋਈ ਹੋਰ ਅਜਿਹਾ ਬੋਰਡ ਨਾ ਆਵੇ, ਤਾਂ ਪੋਲੀਟੀਕਲ ਪਾਰਟੀਆਂ ਆਪਣੇ ਪੱਧਰ ਤੇ ਕੀ ਕਰਨਗੀਆਂ? ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ, ਅਕਾਲੀ ਦਲ, ਹੋਰ ਜਿਹੜੀਆਂ ਪਾਰਟੀਆਂ ਨੇ ਸਾਰੀਆਂ, ਤੁਸੀਂ ਆਪਣੀ ਆਪਣੀ ਪਾਰਟੀ ਦਾ ਜੇਕਰ ਰੱਖ ਸਕੋਗੇ, ਕੀ ਜਿਹੜਾ ਪ੍ਰੋਸੈਸ ਹੋਣਾ ਚਾਹੀਦਾ? ਗਰਗ ਸਾਹਿਬ ਦੇਖੋ ਗੌਰਵ ਜੀ, ਇਸ ਤਰ੍ਹਾਂ ਵਿੱਚ ਮੈਂ ਫਿਰ ਇੱਕ ਗੱਲ ਨੂੰ ਦੁਹਰਾਉਂਦਾ ਹੈਗਾ ਕਿ ਇਹ ਜਿਹੜੀ ਇਦਾਂ ਦੀ ਮਾੜੀ ਘਟਨਾ ਜਿਹੜੀ ਹੋਈ ਹੈ, ਇਹਦੀ ਜਿੱਦੀ ਨਿੰਦਾ ਕੀਤੀ ਜਾਵੇ, ਘਟਿਆ ਨਹੀਂ ਹੋਣੀ ਚਾਹੀਦੀ। ਸਾਡੇ ਸਭਿਆ ਸਮਾਜ ਦੇ ਵਿੱਚ ਇਹੋ ਜਿਹਾ ਕੋਈ ਥਾਂ ਨਹੀਂ ਹੈਗਾ, ਔਰ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਜਿਹੜੀ ਹੈ ਪੋਲਿਟਿਕਸ ਦੇ ਵਿੱਚ ਕਦੇ ਇਨਵੋਲਵ ਨਹੀਂ ਹੁੰਦੀ। ਸਾਡੀ ਕਰੋਨਾ ਅਨਾਉਂਸ ਕਿ ਜੇ ਬੰਦਾ ਆਮ ਆਦਮੀ ਪਾਰਟੀ ਦਾ ਨਿਕਲਿਆ ਤਾਂ ਅਸੀਂ ਪਾਰਟੀ ਤੋਂ ਬਾਹਰ ਕਰ ਦਾਂਗੇ। ਮੈਂ ਤਾਂ ਕਹਿ ਰਿਹਾ ਤੁਹਾਡੇ ਚੈਨਲ ਤੇ, ਬਿਲਕੁਲ ਉਹਨੂੰ ਸਜ਼ਾ ਵੀ ਬਿਲਕੁਲ ਪ੍ਰਸ਼ਾਸਨ ਦੇਵੇ ਜਿਹੜੀ ਬਣਦੀ, ਔਰ ਆਮ ਆਦਮੀ ਪਾਰਟੀ ਬਿਲਕੁਲ ਆਮ ਆਦਮੀ ਪਾਰਟੀ ਬਿਲਕੁਲ ਕੱਢਾਂਗੇ। ਬਲੀਵਾਲ ਸਾਹਿਬ, ਮੈਂ ਇੱਕ ਬੇਨਤੀ ਕਰਦਾ ਹਾਂ। ਪਹਿਲਾਂ ਮੈਂ ਡਾਕਟਰ ਮਨਜੀਤ ਸਿੰਘ ਦੀ ਗੱਲ ਦਾ ਜਵਾਬ ਦੇਵਾਂ। ਉਹਨਾਂ ਨੇ ਕਿਹਾ ਵਰਡਿਕਸ ਇਸ ਹਿਸਾਬ ਦੀ ਲੱਗਦੀ ਹੈ ਕਿ ਜਿਵੇਂ ਅਨਪੜ੍ਹ ਜਾਂ ਕੋਇਆ ਜਿਹਾ ਹੋਵੇ। ਗੱਲ ਇਹ ਹੈ ਕਿ ਉਹਨੂੰ ਹੈਕ ਕਰਨਾ ਇੱਕ ਆਪਦੇ ਆਪ 'ਚ ਚੈਲੰਜ ਹੈ। ਐਲਈਡੀ ਨੂੰ ਉਹ ਇੱਕ ਚਾਲ ਹੈ, ਬੜਾ ਮਾਸਟਰਮਾਈਂਡ ਗੇਮ ਕਿਸੇ ਦੀ ਵੀ ਹੋ ਸਕਦੀ ਹੈ। ਆਪਸੀ ਭਾਈਚਾਰੇ ਉਹ ਮਾਸਟਰਮਾਈਂਡ ਨੇ ਹੈਕ ਕੀਤੀ, ਉਹ ਐਲਈਡੀ ਉਹਨੇ ਪੈਨ ਡਰਾਈਵ ਦੇ ਥਰੂ ਪਾਈ ਹੈ। ਸੋ ਇਸ ਕਰਕੇ ਉਹ ਪਾਗਲ ਆਦਮੀ ਤਾਂ ਹੈ ਨਹੀਂ ਸੀ, ਨਾ ਅਨਸਨ ਸੀਗਾ। ਇਹ ਕਰਵਾਇਆ ਗਿਆ ਵਾ। ਬਥੇਰੇ ਏਜੰਡੇ ਚਲਾਉਂਦੀਆਂ ਨੇ ਕਈ ਲੋਕ ਕਿ ਹਾਂ ਵੀ ਇਹਦਾ ਲਾ ਕੇ ਦੇਖ ਕੇ ਟੈਸਟ ਮੈਨ ਕਰਕੇ ਪੰਜਾਬ ਦੇ ਵਿੱਚ ਕਿੰਨੀ ਗੈਰਤ ਮੌਜੂਦ ਹੈ। ਮੈਂ ਬੇਨਤੀ ਕਰਦਾ ਸਾਰੀਆਂ ਪਾਰਟੀਆਂ ਦੇ, ਜਿੰਨੇ ਵੀ ਚਾਹੇ ਉਹ ਆਪਦੇ ਭਾਵ ਨਾਲ ਕਾਫੀ ਹੋ ਜਾਣ, ਇਹ ਜੇ ਕੰਮ ਨਾ ਕਰੋ ਭਰਾ। ਪੰਜਾਬ ਦੇ ਵਿੱਚ ਪੰਜਾਬੀਅਤ ਰਹਿਣੀ ਚਾਹੀਦੀ ਹੈ, ਕਿਉਂਕਿ ਬਾਅਦ ਚੋਂ ਕਿਸੇ ਲੀਡਰ ਨੇ ਤੁਹਾਡੀ ਖਬਰ ਪੁੱਛਣ ਨਹੀਂ ਜਾਣਾ ਕਿ ਤੁਸੀਂ ਇਹ ਕਰਤਾ। ਮਿੰਟ ਤੋਂ ਪਹਿਲਾਂ ਡਿਸਓਨ ਕਰ ਲੈਣਾ, ਚਾਹੇ ਉਹ ਕਾਂਗਰਸ ਦਾ ਹੋਵੇ, ਚਾਹੇ ਅਕਾਲੀ ਦਲ ਦਾ ਹੋਵੇ, ਚਾਹੇ ਆਪ ਦਾ ਹੋਵੇ, ਚਾਹੇ XY ਦੇ ਜਿਹੜਾ ਮਰਜ਼ੀ ਹੋਵੇ। ਬਲੀਵਾਲ ਸਾਹਿਬ, ਪਰ ਉਮੀਦ ਕਰਾਂਗੇ ਕਿ ਇਹ ਸ਼ਖਸ ਸਾਹਮਣੇ ਆਵੇ। ਉਮੀਦ ਕਰਾਂਗੇ ਕਿ ਪੁਲਿਸ ਇਸ ਦੇ ਵਿੱਚ ਐਕਸ਼ਨ ਕਰੇ। ਗੱਲ ਇਹ ਨਹੀਂ ਕਿ ਗਾਲ ਕੱਢ ਦਿੱਤੀ। ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਹੋਣਗੇ ਕਿ ਅੱਜ ਕੱਲ ਇਹ ਵੀ ਟ੍ਰੈਂਡ ਹੈ ਨਾ ਇੱਕ ਗਾਲਾਂ ਕੱਢਣ ਦਾ, ਕਿ ਕਈ ਲੋਕ ਤਾਂ ਗੱਲ ਕਰਦੇ ਕਰਦੇ ਗਾਲਾਂ ਕੱਢ ਜਾਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਗਾਲ ਵੀ ਕੱਢ ਦਿੱਤੀ। ਜਸਟੀਫਾਈ ਨਹੀਂ ਹੋ ਸਕਦਾ ਕੋਈ ਵੀ ਗੱਲ ਇਸ ਤਰੀਕੇ ਨਾਲ, ਜੇ ਕੋਈ ਤਰਕ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਆਪਣੇ ਮਨ ਦੇ ਵਿੱਚ ਵੀ ਸੋਚ ਰਿਹਾ ਹੋਵੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇਹ ਕੋਈ ਜਾਂ ਸਿਰਫ ਅਜੇ ਟਰਾਇਲ ਹੈ ਕਿ ਇੱਕ ਵਾਰ ਦੇਖੀਏ ਤਾਂ ਸਹੀ ਕਿ ਕਰਕੇ ਹੁੰਦਾ ਕੀ ਹੈ। ਇਹ ਪੰਜਾਬ 'ਚ ਕਿਸੇ ਹੋਰ ਬੋਰਡ, ਹੋਰ ਕਿਸੇ ਕੰਧ ਜਾਂ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਨਾ ਦਿਖੇ। ਖਾਸ ਤੌਰ ਤੇ ਅਪੀਲ ਸਾਡੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਰਟੀਫਿਕੇਟ ਦੇ ਦਿੰਦੇ ਨੇ ਜਾਂ ਫਿਰ ਆਪਣਾ ਗਿਆਨ ਦਿੰਦੇ ਨੇ ਉਹਨਾਂ ਦੇ ਲਈ ਵੀ ਹੈ ਕਿ ਤੁਸੀਂ ਵੀ ਥੋੜਾ ਜਿਹਾ ਖਿਆਲ ਰੱਖੋ ਜਦੋਂ ਤੁਸੀਂ ਕੁਝ ਲਿਖ ਰਹੇ ਹੋ ਸਕਦਾ ਹੈ ਕਿ 2 ਘੰਟੇ ਬਾਅਦ ਤੁਹਾਡਾ ਕਮੈਂਟ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਪੜ੍ਹ ਰਿਹਾ ਹੋਵੇ, ਤੁਹਾਡੇ ਪਰਿਵਾਰ ਦੀ ਕੋਈ ਧੀ ਜਾਂ ਕੋਈ ਤੁਹਾਡੀ ਭੈਣ ਜਾਂ ਕੋਈ ਤੁਹਾਡਾ ਹੋਰ ਪਰਿਵਾਰਕ ਮੈਂਬਰ ਪੜ੍ਹ ਰਿਹਾ ਹੋਵੇ। ਚੰਗਾ ਨਹੀਂ ਲੱਗਦਾ ਜੇ ਆਪਾਂ ਗਾਲਾਂ ਕੱਢਣ ਦੇ ਉੱਤੇ ਆ ਜਾਂਦੇ ਹਾਂ। ਤਾਂ ਉਮੀਦ ਹੈ ਕਿ ਪੰਜਾਬੀ ਅਸੀਂ ਸਾਰੇ ਇਸ ਦੇ ਵੱਲ ਜ਼ਰੂਰ ਧਿਆਨ ਦੇਵਾਂਗੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ